ਮਰਦਾਨੇ ਦੀ ਭੁੱਖ ਨਿਵਾਰਨਾ, ਕਾਮਰੂਪ ਦੇਸ਼ ਪਹੁੰਚਣਾ। ਘਰ ਤੋਂ ਨਿਕਲ ਕੇ ਜਦ ਮੈਂ ਤੇ ਮਰਦਾਨਾ ਦੋਵੇਂ ਗੁਰੂ ਜੀ ਦੇ ਨਾਲ ਰਸਤੇ ਤੁਰੇ ਜਾਂਦੇ ਸੀ ਤਾਂ ਗੁਰੂ ਜੀ ਸਾਨੂੰ ਗਿਆਨ ਦੀਆਂ ਗੱਲਾਂ ਸੁਣਾਉਂਦੇ ਜਾਂਦੇ ਸਨ। ਇਹ ਅਸੀਂ ਹੌਲੀ ਹੌਲੀ ਤੁਰੇ ਜਾਂਦੇ ਅਸੀਂ ਲਾਲੋ ਪਾਸ ਏਮਨਾਬਾਦ ਪਹੁੰਚ ਗਏ। ਭਾਈ ਲਾਲੋ ਸਾਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਉਸ ਨੇ ਬੜੇ ਪ੍ਰੇਮ ਨਾਲ ਸਾਡੇ ਅੰਨ ਜਲ ਦੀ ਸੇਵਾ ਕੀਤੀ। ਆਪਣੇ ਪਹਿਲੇ ਇਕਰਾਰ ਅਨੁਸਾਰ ਭਾਈ ਲਾਲੋ ਪਾਸ 5 ਦਿਨ ਠਹਿਰ ਕੇ ਗੁਰੂ ਜੀ ਸਾਨੂੰ ਨਾਲ ਲੈ ਕੇ ਢਾਕੇ ਬੰਗਾਲੇ ਨੂੰ ਤੁਰ ਪਏ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਜਦ ਦਿਨ ਬੀਤ ਗਏ ਤਾਂ ਮਰਦਾਨੇ ਨੇ ਭੁੱਖ ਨਾਲ ਵਿਆਕੁਲ ਹੋ ਕੇ ਮਨ ਵਿੱਚ ਕਿਹਾ ਕਿ ਇਸ ਤਰ੍ਹਾਂ ਭੁੱਖੇ ਰਹਿ ਕੇ ਇਹਨਾਂ ਦਾ ਸਾਥ ਮੇਰੇ ਪਾਸੋਂ ਕਿਸ ਤਰ੍ਹਾਂ ਨਿਭੇਗਾ। ਕਿਸੇ ਦਿਨ ਮੈਂ ਭੁੱਖਾ ਹੀ ਮਰ ਜਾਵਾਂਗਾ। ਗੁਰੂ ਜੀ ਨੇ ਮਰਦਾਨੇ ਦੇ ਅੰਦਰ ਦੀ ਜਾਣ ਕੇ ਪੁੱਛਿਆ, ਮਰਦਾਨਿਆ ਕੀ ਹਾਲ ਹੈ? ਮਰਦਾਨੇ ਨੇ ਕਿਹਾ, ਮਹਾਰਾਜ ਤੁਹਾਨੂੰ ਨਾ ਭੁੱਖ ਲੱਗਦੀ ਹੈ ਨਾ ਅਤੇ ਨਾ ਪਿਆਸ, ਪਰ ਮੈਂ ਤਾਂ ਭੁੱਖਾ ਮਰ ਚੱਲਿਆ ਹਾਂ। ਗੁਰੂ ਜੀ ਨੇ ਕਿਹਾ, ਮਰਦਾਨਿਆ ਧੀਰਜ ਰੱਖ, ਅਸੀਂ ਤੈਨੂੰ ਭੁੱਖਾ ਨਹੀਂ ਮਰਨ ਦਿਆਂਗੇ। ਜੇ ਤੂੰ ਭੁੱਖਾ ਮਰ ਜਾਏਗਾ ਤਾਂ ਅਸੀਂ ਤੈਨੂੰ ਜਿਵਾ ਲਵਾਂਗੇ। ਗੁਰੂ ਜੀ ਨੇ ਉਸੇ ਸਮੇਂ ਅੱਕ ਦਾ ਇੱਕ ਵੱਡਾ ਬੂਟਾ ਵੇਖ ਕੇ ਆਖਿਆ, ਜਾਓ ਉਸ ਅੱਕ ਦੀਆਂ ਖੱਖੜੀਆਂ ਤੋੜ ਕੇ ਖਾਓ ਅਤੇ ਭੁੱਖ ਦੂਰ ਕਰੋ। ਮਰਦਾਨੇ ਨੇ ਕਿਹਾ, ਮਹਾਰਾਜ ਮੇਰੇ ਨਾਲ ਮਸ਼ਕਰੀ ਕਰਦੇ ਹੋ, ਮੈਨੂੰ ਇਹ ਅੱਕ ਖਵਾ ਕੇ ਮਾਰਨਾ ਜੇ। ਗੁਰੂ ਜੀ ਨੇ ਹੱਸ ਕੇ ਕਿਹਾ, ਇਹਨਾਂ ਨੂੰ ਤੂੰ ਰੱਜ ਕੇ ਖਾ ਲਵੀਂ, ਪਰ ਲਾਲਚ ਕਰਕੇ ਪੱਲੇ ਨਾ ਬੰਨੀ। ਤੈਨੂੰ ਇਹਨਾਂ ਦੇ ਖਾਣ ਨਾਲ ਕੋਈ ਤਕਲੀਫ ਨਹੀਂ ਹੋਵੇਗੀ। ਹੁਕਮ ਮੰਨ ਕੇ ਜਦ ਮਰਦਾਨੇ ਨੇ ਬਹੁਤ ਖੱਖੜੀਆਂ ਤੋੜ ਕੇ ਬੜੇ ਸਵਾਦ ਨਾਲ ਰੱਜ ਕੇ ਖਾ ਲਾਂ ਤਾਂ ਫਿਰ ਉਸ ਨੇ ਲਾਲਚ ਕਰਕੇ ਕੁਝ ਤੋੜ ਕੇ ਪੱਲੇ ਵੀ ਬੰਨ੍ਹ ਲਈਆਂ। ਦੂਜੇ ਦਿਨ ਜਦ ਮਰਦਾਨਾ ਉਹਨਾਂ ਖੱਖੜੀਆਂ ਨੂੰ ਖਾਣ ਲੱਗਾ ਤਾਂ ਢਿੱਡ ਪੀੜ ਨਾਲ ਵਿਆਕੁਲ ਹੋ ਕੇ ਧਰਤੀ ਉੱਤੇ ਹਾਏ ਹਾਏ ਕਰਕੇ ਲੇਟਣ ਲੱਗਾ। ਗੁਰੂ ਜੀ ਨੇ ਉਸ ਨੂੰ ਵੇਖ ਕੇ ਕਿਹਾ, ਇਹ ਤੈਨੂੰ ਲਾਲਚ ਦਾ ਫਲ ਮਿਲਿਆ ਹੈ। ਮਰਦਾਨੇ ਨੇ ਆਖਿਆ, ਜੀ ਮੈਂ ਅਣਜਾਣ ਪੁਣੇ ਨਾਲ ਭੁੱਲ ਕੀਤੀ ਹੈ। ਗੁਰੂ ਜੀ ਨੇ ਉਸੇ ਸਮੇਂ ਇੱਕ ਹੋਰ ਅੱਖ ਦੀ ਖੱਖੜੀ ਆਪਣੇ ਹੱਥ ਨਾਲ ਤੋੜ ਕੇ ਮਰਦਾਨੇ ਨੂੰ ਖਵਾਈ, ਜਿਸ ਨਾਲ ਮਰਦਾਨਾ ਰਾਜੀ ਹੋ ਗਿਆ। ਉਸ ਦੀ ਢਿੱਡ ਪੀੜ ਹਟ ਗਈ। ਇਸ ਤਰ੍ਹਾਂ ਹੀ ਹਾਸ ਬਿਲਾਸ ਕਰਦੇ ਹੋਏ ਹੌਲੀ ਹੌਲੀ ਨਗਰਾਂ ਤੇ ਸ਼ਹਿਰਾਂ ਵਿੱਚ ਵਿਸਰਾਮ ਕਰਦੇ ਹੋਏ ਕਾਮਰੂਪ ਅਸਾਮ ਦੇਸ਼ ਵਿੱਚ ਜਾ ਪਹੁੰਚੇ ਅਤੇ ਇੱਕ ਨਗਰ ਦੇ ਬਾਹਰ ਬ੍ਰਿਛ ਹੇਠਾਂ ਆਸਣ ਲਾ ਕੇ ਬੈਠ ਗਏ। ਜਦ 2 ਘੜੀਆਂ ਬੀਤ ਗਈਆਂ ਤਾਂ ਮਰਦਾਨੇ ਨੇ ਕਿਹਾ, ਪ੍ਰਭੂ ਜੇ ਆਗਿਆ ਦਿਓ ਤਾਂ ਮੈਂ ਇਸ ਨਗਰ ਵਿੱਚੋਂ ਕੁਝ ਖਾ ਪੀ ਆਵਾਂ, ਮੈਨੂੰ ਭੁੱਖ ਨੇ ਬਹੁਤ ਸਤਾਇਆ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ ਇਸ ਪਿੰਡ ਵਿੱਚ ਨਾ ਜਾ, ਇੱਥੋਂ ਦੇ ਲੋਕ ਚੰਗੇ ਨਹੀਂ ਹਨ। ਜੇ ਜਾਵੇਂਗਾ ਤੇ ਕਲੇਸ਼ ਵਿੱਚ ਫਸ ਜਾਏਗਾ। ਮਰਦਾਨੇ ਨੇ ਬਹੁਤ ਹੱਠ ਕਰਨ ਤੇ ਗੁਰੂ ਜੀ ਨੇ ਕਿਹਾ, ਚੰਗਾ ਨਗਰ ਵੇਖਾ ਪਰ ਖਾਵੀਂ ਕੁਝ ਨਾ। ਮਰਦਾਨਾ ਚੰਗਾ ਜੀ ਆਖ ਕੇ ਸ਼ਹਿਰ ਵਿੱਚ ਚਲਿਆ ਗਿਆ, ਪਰ ਉਹ ਭੁੱਖ ਦਾ ਮਾਰਿਆ ਇੱਕ ਘਰ ਕੁਝ ਖਾਣ ਨੂੰ ਮੰਗਣ ਚਲਿਆ ਗਿਆ। ਅੱਗੇ ਉੱਥੇ 4 ਸੁੰਦਰ ਇਸਤਰੀਆਂ ਬੈਠੀਆਂ ਸਨ। ਮਰਦਾਨੇ ਨੂੰ ਵੇਖ ਕੇ ਕਿਹਾ, ਇਹ ਮੇਰਾ ਹੈ। ਦੂਜੀ ਨੇ ਕਿਹਾ, ਇਹ ਮੇਰਾ ਹੈ। ਇਸ ਤਰ੍ਹਾਂ ਤੀਜੀ ਨੇ ਕਿਹਾ ਤੇ ਚੌਥੀ ਨੇ ਝੱਟ ਹੀ ਉੱਠ ਕੇ ਮਰਦਾਨੇ ਦੇ ਗਲ ਵਿੱਚ ਧਾਗਾ ਬੰਨ੍ਹ ਦਿੱਤਾ। ਮਰਦਾਨਾ ਤਤਸ਼ੀਨ ਹੀ ਮੇਢਾ ਬਣ ਕੇ ਭੈਂ ਭੈਂ ਕਰਨ ਲੱਗ ਪਿਆ। ਮਨ ਵਿੱਚ ਮਰਦਾਨਾ ਬਹੁਤ ਚੂਰਨ ਲੱਗਾ ਕਿ ਗੁਰੂ ਜੀ ਸੱਚ ਹੀ ਕਹਿੰਦੇ ਸਨ ਕਿ ਇੱਥੋਂ ਦੇ ਲੋਕ ਬੜੇ ਜਾਦੂ ਤੇ ਟੂਣੇਹਾਰ ਹਨ। ਹੁਣ ਬੜੇ ਔਖੇ ਥਾਂ ਫਸ ਗਿਆ ਹਾਂ। ਗੁਰੂ ਜੀ ਨੂੰ ਮੇਰੀ ਇਹ ਦਸ਼ਾ ਕੌਣ ਦੱਸੇਗਾ ਤੇ ਮੇਰੀ ਸਹਾਇਤਾ ਉਹ ਕਿਵੇਂ ਕਰਨਗੇ? ਪਰ ਵਾਵਾ ਜੇ ਉਹ ਜਾਣੀ ਜਾਣ ਹਨ ਤਾਂ ਆਪੇ ਮੈਨੂੰ ਆਣ ਕੇ ਛੁਡਾ ਲੈਣਗੇ। ਮੈਂ ਉਹਨਾਂ ਦੇ ਬਚਨ ਨਾ ਮੰਨੇ ਤਾਂ ਇਸ ਦਸ਼ਾ ਨੂੰ ਪ੍ਰਾਪਤ ਹੋਇਆ। ਇਹਨਾਂ ਸੋਚਾਂ ਵਿੱਚ ਮਰਦਾਨਾ ਗੁਰੂ ਜੀ ਨੂੰ ਆਰਾਧਨ ਲੱਗਾ। ਇਸ ਤਰ੍ਹਾਂ ਜਦ 2 ਘੜੀਆਂ ਬੀਤ ਗਈਆਂ ਤਾਂ ਗੁਰੂ ਜੀ ਨੇ ਮੈਨੂੰ ਬਾਲੇ ਨੂੰ ਆਖਿਆ, ਭਾਈ ਬਾਲਾ ਮਰਦਾਨਾ ਤਾਂ ਕਥਾਊ ਫਾਥਾ ਹੈ, ਚੱਲ ਉਸ ਨੂੰ ਛੁਡਾਈਏ। ਮੈਂ ਕਿਹਾ, ਗੁਰੂ ਜੀ ਉਸ ਨੂੰ ਰਹਿਣ ਦਿਓ। ਉੱਥੇ ਹੀ ਗੁਰੂ ਜੀ ਨੇ ਕਿਹਾ, ਭਾਈ ਬਾਲਾ ਅਸਾਂ ਆਪਣੇ ਨਾਲ ਲੱਗੇ ਦੀ ਲੱਜ ਪਾਲਣੀ ਹੈ, ਫਿਰ ਉਸ ਨਾਲ ਸਾਡਾ ਕੰਮ ਵੀ ਹੈ। ਸਾਨੂੰ ਯਾਦ ਕਰ ਰਿਹਾ ਹੈ, ਚਲੋ ਛੇਤੀ ਉਸ ਨੂੰ ਛੁਡਾਈਏ। ਇਹ ਬਚਨ ਕਰਕੇ ਗੁਰੂ ਜੀ ਮੈਨੂੰ ਨਾਲ ਲੈ ਕੇ ਸ਼ੀਘਰ ਹੀ ਉੱਠ ਕੇ ਤੁਰ ਪਏ ਅਤੇ ਜਿੱਥੇ ਮਰਦਾਨਾ ਭੇਡੂ ਬਣਿਆ ਬੈਠਾ ਸੀ ਉਸ ਘਰ ਪਹੁੰਚ ਗਏ। ਭੇਡੂ ਮਰਦਾਨਾ ਗੁਰੂ ਜੀ ਨੂੰ ਵੇਖ ਕੇ ਨਾਸਾਂ ਫੁਰਕਾਉਣ ਤੇ ਧਰਤੀ ਉੱਤੇ ਖੁਰ ਮਾਰ ਕੇ ਭੈਂ ਭੈਂ ਕਰਨ ਲੱਗਾ। ਉਹਨਾਂ ਘਰ ਵਾਲੀਆਂ ਇਸਤਰੀਆਂ ਨੇ ਜਦ ਮੈਨੂੰ ਤੇ ਗੁਰੂ ਜੀ ਨੂੰ ਕਿਹਾ ਤਾਂ ਉਹ ਹੱਥਾਂ ਵਿੱਚ ਧਾਗੇ ਲੈ ਕੇ ਸਾਡੇ ਗਲਾਂ ਵਿੱਚ ਬੰਨ੍ਹਣ ਆਈਆਂ। ਉਹਨਾਂ ਵਿੱਚੋਂ ਇੱਕ ਇਸਤਰੀ ਜਦ ਮੇਰੇ ਗਲ ਧਾਗਾ ਬੰਨ੍ਹਣ ਲੱਗੀ ਤਾਂ ਉਹ ਆਪ ਹੀ ਭੇਡ ਬਣ ਗਈ। ਦੂਜੀ ਜਿਹੜੀ ਗੁਰੂ ਜੀ ਦੇ ਗਲ ਧਾਗਾ ਬੰਨ੍ਹਣ ਆਈ ਸੀ ਉਹ ਕੁੱਤੀ ਬਣ ਗਈ। ਇਹ ਕੌਤਕ ਵੇਖ ਕੇ ਦੂਜੀਆਂ ਨੱਸ ਗਈਆਂ। ਗੁਰੂ ਜੀ ਨੇ ਮੈਨੂੰ ਆਖਿਆ ਕਿ ਮਰਦਾਨੇ ਦੇ ਗਲ ਤੂੰ ਧਾਗਾ ਤੋੜ ਦੇ। ਜਦ ਮੈਂ ਧਾਗਾ ਦਿੱਤਾ ਤਾਂ ਮਰਦਾਨਾ ਆਪਣੇ ਅਸਲੀ ਮਨੁੱਖ ਰੂਪ ਵਿੱਚ ਆ ਗਿਆ।
ਉਪਰੰਤ ਜਦ ਉਹਨਾਂ ਇਸਤਰੀਆਂ ਦੇ ਮਾਲਕ ਆਏ ਤਾਂ ਉਹ ਆਪਣੇ ਘਰ ਵਾਲੀਆਂ ਨੂੰ ਭੇਡ ਤੇ ਕੁੱਤੀ ਬਣੀ ਹੋਈ ਵੇਖ ਕੇ ਬੜੇ ਚਿੰਤਾਵਾਨ ਹੋਏ। ਉਹਨਾਂ ਨੇ ਇਹ ਸਮਝ ਕੇ ਕਿ ਇਹ ਸੰਤ ਕੋਈ ਕਲਾਵਾਨ ਹਨ, ਗੁਰੂ ਜੀ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਕਿ ਸਾਡੀ ਭੁੱਲ ਬਖਸ਼ੋ, ਇਹਨਾਂ ਨੇ ਆਪਣੇ ਕੀਤੇ ਦਾ ਫਲ ਲਿਆ ਹੈ। ਆਪ ਪਰ ਉਪਕਾਰੀ ਸੰਤ ਹੋ, ਤੁਹਾਨੂੰ ਕੋਈ ਇੱਛਾ ਨਹੀਂ ਹੈ, ਇਹਨਾਂ ਦੇ ਸਰੀਰ ਪਹਿਲਾਂ ਜੈਸੇ ਹੀ ਇਸਤਰੀ ਰੂਪ ਕਰ ਦਿਓ। ਗੁਰੂ ਜੀ ਨੇ ਕਿਹਾ, ਤੁਸੀਂ ਸਿੱਖੀ ਧਾਰਨ ਕਰੋ, ਧਰਮਸ਼ਾਲਾ ਬਣਾਓ, ਸਤਸੰਗ ਕਰੋ, ਨਾਮ ਜਪੋ ਅਤੇ ਆਏ ਗਏ ਸਾਧ ਸੰਗਤ ਦੀ ਸੇਵਾ ਕਰਿਆ ਕਰੋ, ਫਿਰ ਤੁਸੀਂ ਬਖਸ਼ੇ ਜਾਓਗੇ ਅਤੇ ਅੰਤ ਨੂੰ ਤੁਹਾਡੇ ਗਲ ਵਿੱਚ ਜਮਾਂ ਦੀ ਨਹੀਂ ਪਵੇਗੀ। ਉਹਨਾਂ ਨੇ ਕਿਹਾ, ਮਹਾਰਾਜ ਜੀ, ਸਾਨੂੰ ਤੁਹਾਡੇ ਸਾਰੇ ਬਚਨ ਪ੍ਰਵਾਨ ਹਨ, ਇਹਨਾਂ ਨੂੰ ਪਹਿਲੀਆਂ ਵਰਗੀਆਂ ਹੀ ਬਣਾ ਦਿਓ। ਉਹਨਾਂ ਦੀ ਦੀਨ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਦਾ ਇਸਤਰੀ ਦਾ ਸਰੀਰ ਪਹਿਲਾਂ ਵਰਗਾ ਹੀ ਕਰ ਦਿੱਤਾ। ਇਹ ਕੌਤਕ ਵੇਖ ਕੇ ਸਭ ਇਸਤਰੀਆਂ ਪੁਰਸ਼ਾਂ ਨੇ ਗੁਰੂ ਚਰਨਾਂ ਤੇ ਮੱਥਾ ਟੇਕਿਆ ਅਤੇ ਚਰਨ ਪਾਹੋ ਲੈ ਕੇ ਸਿੱਖੀ ਧਾਰਨ ਕਰਕੇ ਧਰਮਸ਼ਾਲਾ ਬਣਾ ਕੇ ਰੋਜ਼ ਸਤਸੰਗ ਕਰਨ ਲੱਗੇ। ਜਦ 5 ਦਿਨ ਉੱਥੇ ਟਿਕ ਕੇ ਗੁਰੂ ਜੀ ਅੱਗੇ ਜਾਣ ਲੱਗੇ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਕੁਝ ਸਮਾਂ ਹੋਰ ਇੱਥੇ ਠਹਿਰ ਕੇ ਕਲਿਆਣ ਕਰੋ। ਗੁਰੂ ਜੀ ਨੇ ਕਿਹਾ, ਵਾਹਿਗੁਰੂ ਮੰਤਰ ਦਾ ਜਾਪ ਕਰੋ ਅਤੇ ਤਿਹਾਵਲ ਕੜਾ ਸ਼ਾਦ ਕਰਕੇ ਸ਼ਰਧਾ ਨਾਲ ਅਰਦਾਸ ਕਰਨੀ, ਤਦ ਤੁਹਾਡੇ ਮਨ ਦੀਆਂ ਸਭ ਕਾਮਨਾ ਪੂਰੀਆਂ ਹੋਣਗੀਆਂ। ਇਸ ਪ੍ਰਕਾਰ ਦਾ ਉਪਦੇਸ਼ ਦੇ ਕੇ ਗੁਰੂ ਜੀ ਅੱਗੇ ਸ਼ਿਵਨਾਭ ਰਾਜੇ ਨੂੰ ਤਾਰਨ ਤੁਰ ਪਏ। ਸੰਗਲਾਦੀਪ ਰਾਜਾ ਸ਼ਿਵਨਾਭ। ਬਾਲੇ ਨੇ ਕਿਹਾ, ਮੈਂ ਤੇ ਮਰਦਾਨੇ ਨਾਲ ਗੁਰੂ ਜੀ ਰਾਜੇ ਸ਼ਿਵਨਾਭ ਦੀ ਅਭਿਲਾਸ਼ਾ ਪੂਰੀ ਕਰਨ ਵਾਸਤੇ ਸੰਗਲਾਦੀਪ ਵੱਲ ਤੁਰ ਪਏ। ਰਸਤੇ ਵਿੱਚ ਸਤਨਾਮ ਦਾ ਉਪਦੇਸ਼ ਦਿੰਦੇ ਅਤੇ ਨਗਰਾਂ ਤੇ ਸ਼ਹਿਰਾਂ ਦੇ ਲੋਕਾਂ ਦਾ ਉਧਾਰ ਕਰਦੇ ਹੋਏ ਸਮੁੰਦਰ ਦੇ ਕਿਨਾਰੇ ਜਾ ਖੜੇ ਹੋਏ ਅਤੇ ਮੈਨੂੰ ਕਹਿਣ ਲੱਗੇ, ਬਾਲਾ, ਅਸਾਂ ਜ਼ਰੂਰ ਜਾਣਾ ਹੈ, ਨੇੜੇ ਕੋਈ ਜਹਾਜ਼ ਵੀ ਨਹੀਂ ਹੈ ਜਿਸ ਤੇ ਚੜ੍ਹ ਕੇ ਪਾਰ ਚਲੇ ਜਾਈਏ, ਤੂੰ ਸਿਆਣਾ ਹੈ, ਕੋਈ ਉਪਾਅ ਦੱਸ। ਮੈਂ ਕਿਹਾ, ਗੁਰੂ ਜੀ, ਤੁਹਾਡਾ ਨਾਮ ਲੈਣ ਤਾਂ ਪੱਥਰ ਵੀ ਤਰ ਜਾਂਦੇ ਹਨ, ਫਿਰ ਜਿਹੜਾ ਪੁਰਸ਼ ਤੁਹਾਡਾ ਨਾਮ ਲਵੇਗਾ ਉਹ ਇਸ ਸਮੁੰਦਰ ਤੋਂ ਕਿਉਂ ਨਾ ਤਰੇਗਾ। ਮੇਰੀ ਇਸ ਗੱਲ ਨੂੰ ਸੁਣ ਕੇ ਮੁਕਤੀਦਾਤਾ ਗੁਰੂ ਜੀ ਬੜੇ ਪ੍ਰਸੰਨ ਹੋ ਕੇ ਬੋਲੇ ਕਿ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਦਾ ਪਾਠ ਕਰਦੇ ਹੋਏ ਸਾਡੇ ਪਿੱਛੇ ਪਿੱਛੇ ਤੁਰ ਆਵੋ। ਇਸ ਤਰ੍ਹਾਂ ਅੱਗੇ ਅੱਗੇ ਗੁਰੂ ਜੀ ਤੇ ਅਸੀਂ ਇਸ ਬਾਣੀ ਦਾ ਪਾਠ ਕਰਦੇ ਹੋਏ ਪਾਣੀ ਦੇ ਉੱਤੇ ਤੁਰੀ ਗਏ। ਸਾਡਾ ਕਿਤੇ ਵੀ ਪਾਣੀ ਦੇ ਨਾਲ ਪੈਰ ਗਿੱਲਾ ਨਾ ਹੋਇਆ। ਅਸੀਂ ਨਾਗਾ ਬੰਦਰ ਟਾਪੂ ਲੰਘ ਕੇ ਸੰਗਲਾਦੀਪ ਰਾਜੇ ਦੇ ਇੱਕ ਬਾਗ ਵਿੱਚ ਜਾ ਬੈਠੇ। ਇਹ ਬਾਗ ਕੁਝ ਸਮੇਂ ਤੋਂ ਸੁੱਕਾ ਹੋਇਆ ਸੀ। ਜਦ ਗੁਰੂ ਨੇ ਇਸ ਵਿੱਚ ਚਰਨ ਪਾਏ ਤਾਂ ਬਾਗ ਹਰਿਆ ਭਰਿਆ ਹੋ ਗਿਆ। ਬਾਗਵਾਨ ਨੇ ਜਦ ਇਹ ਕੌਤਕ ਵੇਖਿਆ ਤਾਂ ਉਸ ਨੇ ਰਾਜੇ ਨੂੰ ਜਾ ਕੇ ਦੱਸਿਆ ਕਿ ਤੁਹਾਡੇ ਬਾਗ ਵਿੱਚ ਇੱਕ ਸੰਤ ਆਏ ਹਨ, ਜਿਨ੍ਹਾਂ ਨਾਲ 2 ਚੇਲੇ ਹਨ। ਉਹਨਾਂ ਦੇ ਬਾਗ ਵਿੱਚ ਆਉਣ ਸਾਰ ਹੀ ਸਾਰੇ ਬਾਗ ਦੇ ਬ੍ਰਿਛ ਬੂਟੇ ਹਰੇ ਭਰੇ ਹੋ ਗਏ ਹਨ। ਇਹ ਖਬਰ ਸੁਣ ਕੇ ਰਾਜਾ ਨੇ ਆਪਣੇ ਵਜ਼ੀਰ ਨੂੰ ਕਿਹਾ, ਸ਼ਾਇਦ ਗੁਰੂ ਨਾਨਕ ਹੀ ਆ ਗਏ ਹੋਣ, ਤੂੰ ਆਪ ਜਾ ਕੇ ਪਤਾ ਲਿਆ। ਰਾਜੇ ਦਾ ਵਜ਼ੀਰ ਪਰਸਰਾਮ ਅਨੇਕ ਪ੍ਰਕਾਰ ਦੇ ਭੋਜਨ ਲੈ ਕੇ ਗੁਰੂ ਜੀ ਪਾਸ ਗਿਆ ਅਤੇ ਬੇਨਤੀ ਕੀਤੀ ਕਿ ਇਹ ਭੋਜਨ ਆਪ ਜੀ ਦੇ ਛਕਣ ਵਾਸਤੇ ਰਾਜਾ ਸ਼ਿਵਨਾਭ ਨੇ ਭੇਜਿਆ ਹੈ, ਆਪ ਗ੍ਰਹਿਣ ਕਰੋ। ਗੁਰੂ ਜੀ ਨੇ ਬਚਨ ਕੀਤਾ, ਮਾਰੂ ਮਹੱਲਾ ਪਹਿਲਾ। ਰਸ ਕਸ ਸਵਾਦ ਅਨੇਕ ਹੈ, ਬਿਖ ਫਲ ਮੀਠੇ ਚਾਖ, ਕਿਰਪਾ ਕਰੇ ਜਿਸ ਆਪਣੀ ਤਾਕੋ ਰਾਖੇ ਆਪ। ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਹੀਂ ਹਨ। ਅਰਥਾਤ ਇਹਨਾਂ ਰਸਾਂ ਦੇ ਬੇਅੰਤ ਸਵਾਦ ਮਿੱਠੇ ਉਹ ਸਮਾਨ ਹਨ। ਇੱਕ ਨਾਮ ਹੀ ਸੁੱਖਾਂ ਦੇ ਦੇਣ ਵਾਲਾ ਮਹਾਰਸ ਹੈ, ਜਿਸ ਉੱਤੇ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਇਸ ਨਾਮ ਮਹਾਰਸ ਨੂੰ ਛਕਦਾ ਹੈ। ਆਪ ਜੀ ਦਾ ਵਿਚਾਰ ਸੁਣ ਕੇ ਵਜ਼ੀਰ ਨੇ ਰਾਜੇ ਨੂੰ ਜਾ ਕੇ ਦੱਸਿਆ ਕਿ ਉਹ ਇਹਨਾਂ ਪਦਾਰਥਾਂ ਦੇ ਰਸਾਂ ਕਸਾਂ ਨੂੰ ਵਿਹੋ ਸਮਾਨ ਦੱਸਦੇ ਹਨ, ਜਿਨ੍ਹਾਂ ਦੇ ਖਾਣ ਨਾਲ ਮਨ ਅਤੇ ਤਨ ਦੋਵੇਂ ਵਿਕਾਰੀ ਹੋ ਜਾਂਦੇ ਹਨ। ਰਾਜੇ ਨੇ ਕਿਹਾ, ਜੇ ਉਹ ਇਹਨਾਂ ਤੋਂ ਵਿਰਕਤ ਹਨ ਤਾਂ ਸੁੰਦਰ ਇਸਤਰੀਆਂ ਉਹਨਾਂ ਪਾਸ ਲੈ ਜਾਓ। ਰਾਜੇ ਦਾ ਹੁਕਮ ਸੁਣ ਕੇ ਮੰਤਰੀ ਕੁਝ ਸੁੰਦਰ ਇਸਤਰੀਆਂ ਲੈ ਕੇ ਗੁਰੂ ਜੀ ਪਾਸ ਗਿਆ ਤੇ ਕਹਿਣ ਲੱਗਾ, ਇਹ ਤੁਹਾਡੇ ਦਿਲ ਪਰਚਾਵੇ ਵਾਸਤੇ ਰਾਜੇ ਨੇ ਭੇਜੀਆਂ ਹਨ। ਗੁਰੂ ਜੀ ਨੇ ਕਿਹਾ, ਇਹ ਬਿਖ ਭਰੀਆਂ ਗੰਦਲਾਂ ਧਰੀਆਂ ਖੰਡ ਲਿਵਾੜ, ਸੁੰਦਰ ਰੂਪ ਅਪਾਰ ਹੈ, ਦੇਸੀ ਜਨਮ ਵਿਗਾੜ। ਅਰਥਾਤ ਇਹ ਅਪਾਰ ਰੂਪ ਵਾਲੀਆਂ ਇਸਤਰੀਆਂ ਵਿਉਹ ਦੀਆਂ ਗੰਦਲਾਂ ਖੰਡ ਵਿੱਚ ਲਪੇਟੀਆਂ ਹੋਈਆਂ ਹਨ, ਜੋ ਪੁਰਸ਼ ਦਾ ਜਨਮ ਭ੍ਰਿਸ਼ਟ ਕਰ ਦਿੰਦੀਆਂ ਹਨ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮੰਤਰੀ ਨੇ ਰਾਜੇ ਨੂੰ ਜਾ ਕੇ ਸਾਰਾ ਹਾਲ ਦੱਸਿਆ ਕਿ ਸੰਤ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਅਤੇ ਇਹਨਾਂ ਦੀ ਸੰਗਤ ਕਰਨ ਨੂੰ ਬੁਰਾ ਆਖਦੇ ਹਨ। ਫਿਰ ਰਾਜੇ ਨੇ ਵਜ਼ੀਰ ਨੂੰ ਕਿਹਾ,
ਕਿ ਸੁੰਦਰ ਗਹਿਣੇ ਤੇ ਕੱਪੜੇ ਭੇਟਾ ਕਰ ਦੇਖੋ ਕਿ ਇਹਨਾਂ ਤੇ ਉਹਨਾਂ ਦਾ ਮਨ ਭਰਮਦਾ ਹੈ ਕਿ ਨਹੀਂ। ਜਦ ਵਜ਼ੀਰ ਨੇ ਸੁੰਦਰ ਕੱਪੜੇ ਤੇ ਬਹੁਮੁੱਲੇ ਜ਼ੇਵਰ ਗੁਰੂ ਜੀ ਦੀ ਭੇਟ ਕੀਤੇ ਤਾਂ ਆਪ ਜੀ ਨੇ ਉਚਾਰਿਆ, ਕਾਇਆ ਕੱਪੜ ਕੂੜ ਹੈ, ਇਨਕੋ ਦੇਖ ਨਾ ਭੂਲ, ਸੋਇਨਾ ਰੂਪਾ ਮਾਲ ਤਨ, ਏਈ ਨਰਕ ਕੇ ਮੂਲ। ਅਰਥਾਤ ਇਹ ਸਰੀਰ, ਇਸ ਨੂੰ ਪਾਉਣ ਵਾਲੇ ਗਹਿਣੇ ਤੇ ਕੱਪੜੇ ਸਭ ਝੂਠ ਹਨ। ਇਹਨਾਂ ਨੂੰ ਵੇਖ ਕੇ ਭੁੱਲਣਾ ਨਹੀਂ ਚਾਹੀਦਾ। ਇਹ ਨਰਕ ਦਾ ਮੂਲ ਹਨ। ਸਾਡੇ ਇਹ ਕਿਸੇ ਕੰਮ ਨਹੀਂ ਹਨ। ਆਪਣੇ ਰਾਜੇ ਨੂੰ ਜਾ ਕੇ ਦੇ ਦਿਓ। ਮੰਤਰੀ ਨੇ ਇਹ ਸਾਰੀ ਵਾਰਤਾ ਰਾਜੇ ਨੂੰ ਸੁਣਾਈ ਅਤੇ ਕਿਹਾ, ਇਹ ਕੋਈ ਪੂਰਨ ਸੰਤ ਹਨ। ਇਹ ਕੋਈ ਵਸਤ ਵੀ ਜੋ ਤੁਸੀਂ ਭੇਜਦੇ ਹੋ ਗ੍ਰਹਿਣ ਨਹੀਂ ਕਰਦੇ। ਚੱਲੋ, ਆਪ ਚੱਲ ਕੇ ਇਹਨਾਂ ਦੇ ਦਰਸ਼ਨ ਕਰੋ। ਮੰਤਰੀ ਦੀ ਗੱਲ ਸੁਣ ਕੇ ਰਾਜਾ ਬਹੁਤ ਸਾਰੇ ਵਜ਼ੀਰਾਂ ਅਮੀਰਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਾਗ ਵਿੱਚ ਆਇਆ। ਗੁਰੂ ਜੀ ਦੇ ਪਾਸ ਬੈਠ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਸਾਹਮਣੇ ਖੜਾ ਹੋ ਗਿਆ। ਤਦ ਗੁਰੂ ਜੀ ਨੇ ਬਚਨ ਕੀਤਾ, ਸੁਣ ਰਾਜਾ ਸ਼ਿਵਨਾਭ ਤੂੰ, ਸ਼ੁਭ ਮਤ ਤੇਰੀ ਰਾਸ, ਨਾਨਕ ਪਰਦਾ ਦੂਰ ਕਰ, ਹੋਵੇ ਦਾਸਨ ਦਾਸ। ਅਰਥਾਤ, ਹੇ ਰਾਜਨ, ਤੇਰੀ ਮਤ ਸ਼੍ਰੇਸ਼ਟ ਹੈ। ਤੂੰ ਭਰਮ ਦਾ ਪਰਦਾ ਦੂਰ ਕਰਕੇ ਸ਼ਰਧਾ ਧਾਰਨ ਕਰ। ਗੁਰੂ ਜੀ ਦਾ ਇਹ ਬਚਨ ਸੁਣ ਕੇ ਰਾਜੇ ਨੂੰ ਨਿਸ਼ਚਾ ਤਾਂ ਹੋ ਗਿਆ ਕਿ ਇਹੀ ਗੁਰੂ ਨਾਨਕ ਜੀ ਜਾਪਦੇ ਹਨ, ਪਰ ਫਿਰ ਸੋਚਣ ਲੱਗਾ ਕਿ ਇੱਕ ਰਾਤ ਹੋਰ ਇਹਨਾਂ ਦਾ ਪਰਤਾਵਾ ਕਰਾਂ। ਸੋ ਉਸ ਨੇ ਉਸ ਰਾਤ ਗੁਰੂ ਜੀ ਦੇ ਵਿਸਰਾਮ ਕਰਨ ਵਾਸਤੇ ਇੱਕ ਬੜਾ ਸੁੰਦਰ ਪਲੰਘ ਭੇਜਿਆ ਅਤੇ ਸੇਵਾਦਾਰ ਭੇਜ ਦਿੱਤਾ। ਰਾਤ ਨੂੰ ਰਾਜੇ ਨੇ ਬਹੁਤ ਸੁੰਦਰ ਇਸਤਰੀਆਂ ਨੂੰ ਗੁਰੂ ਜੀ ਪਾਸ ਭੇਜਿਆ ਅਤੇ ਉਹਨਾਂ ਨੂੰ ਆਖਿਆ ਕਿ ਇਸਤਰੀਆਂ ਵਾਲੇ ਹਾਵ ਭਾਵ ਕਰਕੇ ਗੁਰੂ ਜੀ ਦੀ ਪ੍ਰੀਖਿਆ ਕਰੋ। ਉਹਨਾਂ ਨੇ ਆਣ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਅਤੇ ਹਾਵ ਭਾਵ ਕਰਕੇ ਜਦ ਆਉਣਾ ਸ਼ੁਰੂ ਕੀਤਾ ਤਾਂ ਆਪ ਜੀ ਨੇ ਕਿਹਾ, ਸਤਨਾਮ ਸਿਮਰੇ ਸੁਖ ਭਾਰੀ, ਸਫਲ ਜਨਮ ਕਰ ਲੇਹ ਇਹ ਬਾਰੀ, ਵਿਖੇ ਸਾਧ ਮਹਿ ਬੈਸ ਨਾ ਖੋਵੈ, ਹਰ ਕੋ ਭਜੈ ਮੁਕਤ ਸਭ ਹੋਵੈ। ਪਰ ਉਹਨਾਂ ਇਸਤਰੀਆਂ ਨੇ ਫਿਰ ਇਹੀ ਆਖਿਆ ਕਿ ਸਾਡੀ ਮਨੋਕਾਮਨਾ ਪੂਰੀ ਕਰੋ, ਤੁਸੀਂ ਪੂਰਨ ਕਰਨ ਯੋਗ ਹੋ। ਤਦ ਸਤਿਗੁਰੂ ਜੀ ਨੇ ਇਹ ਉਚਾਰਨ ਕੀਤਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਆਸਾ ਕਰ ਛੇਵਾਂ ਮਹਿਲਾ ਪਹਿਲਾ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਪਿਆਰੀ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋ ਨਾ ਅਵਰੀ ਰਹਾਓ, ਹਰ ਹਾਰ ਕੰਠ ਲੈ ਪਹਿਰੇ, ਦਾਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਹਿਰੇ, ਇਨ ਬਿਦ ਚਿਤ ਤਰੇਈ, ਮਧੂਸੂਦਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ, ਧੀਰਜ ਧੜੀ ਬੰਧਾਵੇ ਕਾਮਣ, ਸ਼੍ਰੀ ਰੰਗ ਸੁਰਮਾ ਦੇਈ, ਮਨ ਮੰਦਰ ਜੇ ਦੀਪ ਜਾਲੇ, ਕਾਇਆ ਸੇਜ ਕਰੇਈ, ਗਿਆਨ ਰਉ ਜਬ ਸੇਜੇ ਆਵੇ, ਤਾਂ ਨਾਨਕ ਭੋਗ ਕਰੇਈ। ਭਾਵ, ਹੇ ਇਸਤਰੀਓ, ਤੁਸੀਂ ਇਸ ਤਰ੍ਹਾਂ ਦਾ ਸੁੱਚਾ ਮੋਤੀ ਵਰਗਾ ਸਾਫ਼ ਮਨ ਕਰੋ, ਸ਼ੀਲ ਸੰਤੋਖ ਦਾ ਸ਼ਿੰਗਾਰ ਕਰੋ। ਇਹਨਾਂ ਗੁਣਾਂ ਕਰਕੇ ਤੁਸੀਂ ਆਪਣੇ ਪਿਆਰੇ ਨੂੰ ਮੋਹ ਸਕੋਗੀਆਂ। ਮਧੂਸੂਦਨ ਤੇ ਹਰ ਨਾਮ ਦੇ ਕੜੇ ਤੇਰੀ ਆਦਿਕ ਗਹਿਣੇ ਪਹਿਨੋ ਅਤੇ ਪਰਮੇਸ਼ਰ ਨਾਮ ਦੇ ਕੱਪੜੇ ਪਹਿਨੋ। ਧੀਰਜ ਦੀਆਂ ਪੱਟੀਆਂ ਗੁੰਦੋ ਅਤੇ ਪ੍ਰਭੂ ਨਾਮ ਦਾ ਅੱਖਾਂ ਵਿੱਚ ਸੁਰਮਾ ਪਾਵੋ। ਮਨ ਦੇ ਮੰਦਰ ਵਿੱਚ ਗਿਆਨ ਦਾ ਦੀਵਾ ਜਗਾਓ ਅਤੇ ਸੁੰਦਰ ਸਰੀਰ ਨੂੰ ਸੇਜਾ ਕਰੋ। ਤਦ ਫਿਰ ਜਦ ਪ੍ਰਭੂ ਦਾ ਗਿਆਨ ਤੁਹਾਡੇ ਹਿਰਦੇ ਦੀ ਸੇਜ ਉੱਤੇ ਆਵੇਗਾ ਤਾਂ ਤੁਹਾਨੂੰ ਅੰਤਰ ਆਤਮੇ ਸੁੱਖ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਇਸ ਸ਼ਬਦ ਦਾ ਭਾਵ ਸਮਝਾ ਕੇ ਫਿਰ ਗੁਰੂ ਜੀ ਨੇ ਇਸ ਅਸ਼ਟਪਦੀ ਦਾ ਉਚਾਰਨ ਕੀਤਾ। ਬਸੰਤ ਮਹਿਲਾ ਪਹਿਲਾ, ਅਸ਼ਟਪਦੀਆਂ ਕਰ ਇੱਕ ਦੁਤਕੀਆਂ, ਏਕ ਓਂਕਾਰ ਸਤਿਗੁਰੂ ਪ੍ਰਸਾਦ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੇ ਦੇਖ ਪੀਤ, ਮਨੁਆ ਡੋਲੇ ਚੀਤ ਅਨੀਤ, ਜਗ ਸਿਉ ਟੂਟੀ ਝੂਠ ਪ੍ਰੀਤ, ਕਾਮ ਕ੍ਰੋਧ ਬਿਖ ਬੱਜਰ ਭਾਰ, ਨਾਮ ਬਿਨਾ ਕੈਸੇ ਗੁਣ ਚਾਰ ਰਹਾਓ, ਘਰ ਬਾਲੂ ਕਾ ਘੂਮਨ ਕੇਰ, ਬਰਖਸ ਬਾਣੀ ਬੁੱਧ ਬੁਦਾ ਹੇਰ, ਮਾਤਰ ਬੂੰਦ ਤੇ ਤਾਰ ਚੱਕ ਫੇਰ, ਸਰਬ ਜੋਤ ਨਾਮੇ ਕੀ ਚੇਰ, ਸਰਬ ਉਪਾਏ ਗੁਰੂ ਸਿਰ ਮੋਹ, ਭਗਤ ਕਰੋ ਪਗ ਲਾਗੋ ਤੋਰ, ਨਾਮ ਰਤੋ ਚਾਹਿਓ ਤੁਝ ਔਰ, ਨਾਮ ਦੁਰਾਏ ਚਲੇ ਸੂ ਚੋਰ, ਪਤ ਖੋਈ ਬਿਖ ਅੰਚਲ ਪਾਏ, ਸਾਚ ਨਾਮ ਰਤੋ ਪਤ ਸਿਉ ਕਰ ਜਾਏ, ਜੋ ਕਿਛ ਕੀਨਸ ਪ੍ਰਭ ਰਜਾਏ, ਭੈ ਮਾਨੇ ਨਿਰਭਉ ਮੇਰੀ ਮਾਏ, ਕਾਮਨ ਚਾਹੇ ਸੁਰਭੋਗ, ਪਾਨ ਫੂਲ ਮੀਠੇ ਰਸ ਰੋਗ, ਖੀਲੇ ਬਿਕਸੇ ਤੇਤੋ ਸੋਗ, ਪ੍ਰਭ ਸਰਣਾਗਤ ਕੀਨਸ ਹੋਗ, ਕਾਪੜ ਪਹਿਰਸ ਅਧਿਕ ਸਿੰਗਾਰ, ਮਾਟੀ ਫੂਲੀ ਰੂਪ ਵਿਕਾਰ,
आसा मनसा बांधो बार, नाम बिना सूना घर बार। गाछह पुत्री राजकुआर, नाम पणह दोत सवार। प्रियो सेवह प्रभ प्रेम आधार, गुर शब्दी बिख त्यास निवार। मोहन मोह लिया मन मोह, गुर के शब्द पछाना तोह। नानक ठांडे चाह प्रभ द्वार, तेरे नाम संतोखे कृपा तार। अर्थात हे राजा पुत्रियो, नाम जपो, गुरु शब्द द्वारा विकारां ਦੀ ਇੱਛਾ ਦੂਰ ਕਰੋ, ਪਤੀ ਦੀ ਸੇਵਾ ਕਰੋ, ਤੁਹਾਨੂੰ ਮੁਕਤੀ ਦੁਆਰ ਦੀ ਪ੍ਰਾਪਤੀ ਹੋਵੇਗੀ। ਇਹ ਕਾਮ ਕ੍ਰੋਧ ਆਦਿਕ ਵਿਕਾਰ ਪੱਥਰ ਵਾਂਗ ਭਾਰੇ ਹਨ। ਨਾਮ ਸਿਮਰਨ ਤੋਂ ਬਿਨਾਂ ਇਹਨਾਂ ਨਾਲ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਪਾਇਆ ਜਾ ਸਕਦਾ। ਇਤਿਆਦਕ ਇਸ ਸ਼ਬਦ ਦਾ ਉਪਦੇਸ਼ ਸੁਣ ਕੇ ਉਹਨਾਂ ਸਾਰੀਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਬਖਸ਼ਾਈ। ਦਿਨ ਚੜ੍ਹੇ ਰਾਜਾ ਸ਼ਿਵਨਾਭ ਨੂੰ ਉਹਨਾਂ ਨੇ ਦੱਸਿਆ ਕਿ ਉਹ ਤਾਂ ਪੂਰਨ ਪੁਰਖ ਹਨ, ਸਾਡੀ ਉਹਨਾਂ ਅੱਗੇ ਕੋਈ ਪੇਸ਼ ਨਹੀਂ ਗਈ। ਉਹਨਾਂ ਦੇ ਉਪਦੇਸ਼ ਨਾਲ ਸਾਡੀ ਵਿਕਾਰਾਂ ਦੀ ਤ੍ਰਿਸ਼ਨਾ ਮਿਟ ਗਈ ਹੈ ਅਤੇ ਮਨ ਸ਼ਾਂਤ ਹੋ ਗਏ ਹਨ। ਇਹ ਉਸਤਤੀ ਸੁਣ ਕੇ ਰਾਜਾ ਨੰਗੇ ਬੜੀ ਸ਼ਰਧਾ ਨਾਲ ਗੁਰੂ ਜੀ ਪਾਸ ਗਿਆ ਅਤੇ ਚਰਨਾਂ 'ਤੇ ਮੱਥਾ ਟੇਕ ਕੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ। ਜਦ ਇਸ ਤਰ੍ਹਾਂ 2.5 ਪਹਿਰ ਬੀਤ ਗਏ ਤਾਂ ਗੁਰੂ ਜੀ ਨੇ ਕਿਹਾ, ਰਾਜਾ ਜੀ ਪ੍ਰਸੰਨ ਹੋ, ਆਖੋ ਕੀ ਚਾਹੁੰਦੇ ਹੋ। ਰਾਜੇ ਨੇ ਕਿਹਾ, ਮਹਾਰਾਜ ਪਹਿਲਾਂ ਆਪਣਾ ਨਾਮ ਪਤਾ ਦੱਸੋ, ਫਿਰ ਕੋਈ ਹੋਰ ਗੱਲ ਕਰਾਂਗਾ। ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਆਰੂ ਮਹੱਲਾ ਪਹਿਲਾ। जोगी जुगत नाम निर्मायल ताके मैल न राती, प्रीतम नाथ सदा सच संगे जन्म मरण गत बीती। गुसाई तेरा कहा नाम कैसे जाती, जा तो भीतर महल बुलावे पूछो बात निरंती रहाओ। राजे ने कहा, दी गल दी कुछ समझ नहीं आई, जेकर तुहाडी ब्राह्मण जाति है तो कृपा करके स्पष्ट करके दसो। गुरु जी ने कहा, ब्राह्मण ब्रह्म ज्ञान इस्नानी, हर गुण पूजे पाती। एको नाम एक नारायण, त्रिभुवन एका ज्योति। फिर राजे ने कहा, महाराज जे तुहाडी जाति ब्राह्मण नहीं तो खत्री है। सतगुरु जी बोले, जिहवा डंडी एह कट शाबा, तोलो नाम अजाजी। एको हाट साह सबना सिर, वणजारे इक पाती। जद इस नाल भी राजे नूं कुछ निश्चा ना होया तो बहुत कलप के कहन लगा कि तुसी स्पष्ट करके अपनी जात नहीं दसदे ਅਤੇ ना ही नाम दसदे हो। फिर की तुसी साध हो ਜਾਂ कोई ਭੇਖ ਦੇ संत हो, साफ करके दसो। गुरु जी ने कहा, दोवै सिरे सतगुरु निबड़े सो बूझे, जिस एक लिव लागी। जियह रहे निप राती, शब्द वसाए भरम चुकाए। सदा सेवक दिन राती। फिर सोच के कहन लगा कि जे तुसी गोरख हो तो दसो। गुरु जी ने कहा, ऊपर गगन गगन पर गोरख, ताका अगम गुरु पुनवासी। गुरु बचनी बाहर कर एको, नानक पया उदासी। राजे ने जद यह सुनिया कि आप उदासी साधु नानक नाम करके ਹਨ ਤਾਂ ਉਹ ਬੜਾ ਖੁਸ਼ ਹੋਇਆ ਅਤੇ 3 ਪ੍ਰਕਰਮਾ ਕਰਕੇ ਕਹਿਣ ਲੱਗਾ, ਗੁਰੂ ਜੀ ਮੇਰੀ ਰਸਨਾ ਤੁਹਾਡੀ ਉਸਤਤੀ ਨਹੀਂ ਕਰ ਸਕਦੀ, ਮੈਨੂੰ ਹਰ ਪ੍ਰਕਾਰ ਕਰਕੇ ਆਪਣਾ ਦਾਸ ਸਮਝੋ। ਮੇਰੇ ਘਰ ਨੂੰ ਆਪਣੇ ਪਵਿੱਤਰ ਚਰਨ ਪਾ ਕੇ ਪਵਿੱਤਰ ਕਰੋ। ਗੁਰੂ ਜੀ ਨੇ ਕਿਹਾ, ਰਾਜਾ ਤੂੰ ਪਹਿਲਾਂ ਧਰਮਸ਼ਾਲਾ ਤਿਆਰ ਕਰ ਅਤੇ ਫਿਰ ਸਾਨੂੰ ਆਣ ਕੇ ਲੈ ਜਾਵੀਂ। ਇਹ ਆਗਿਆ ਸੁਣ ਕੇ ਰਾਜਾ ਘਰ ਨੂੰ ਚਲਾ ਗਿਆ ਅਤੇ ਧਰਮਸ਼ਾਲਾ ਆਰੰਭ ਕਰਾ ਦਿੱਤੀ। ਰਾਜੇ ਸ਼ਿਵਨਾਭ ਨੂੰ ਉਪਦੇਸ਼। ਬਾਲਾ ਜੀ ਨੇ ਦੱਸਿਆ, ਗੁਰੂ ਜੀ ਰਾਜਾ ਸ਼ਿਵਨਾਭ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਇੱਕ ਬੜੀ ਸੁੰਦਰ ਧਰਮਸਾਲ ਬਣਵਾਈ, ਜਿਸ ਦੇ ਦਰਵਾਜ਼ੇ ਬਹੁਤ ਸੁੰਦਰ ਚਿੱਤਰਕਾਰੀ ਕਰਵਾਏ। ਫਰਸ਼ ਉੱਤੇ ਸੁੰਦਰ ਗਲੀਚੇ ਤੇ ਚਾਦਰੇ ਵਿਛਾਏ ਅਤੇ ਉਹਨਾਂ ਉੱਤੇ ਗੁਲਾਬ ਅਤਰ ਆਦਿਕ ਸੁਗੰਧੀਆਂ ਛਿੜਕ ਕੇ ਬਹੁਤ ਸਜਾਇਆ ਤੇ ਸ਼ੋਭ ਨੇ ਕੀਤਾ। ਉਸ ਵਿੱਚ ਇੱਕ ਸੁੰਦਰ ਕੀਮਤੀ ਪਲੰਘ ਉੱਪਰ ਬਹੁਮੁੱਲੇ ਵਿਛਾਉਣੇ ਵਿਛਵਾਏ। ਇਸ ਤਰ੍ਹਾਂ ਸਭ ਤਿਆਰੀ ਕਰਕੇ ਬਾਗ ਵਿੱਚ ਗੁਰੂ ਜੀ ਨੂੰ ਆਪ ਲੈਣ ਗਿਆ, ਪਰ ਰਾਜਾ ਇਹ ਵੇਖ ਕੇ ਹੈਰਾਨ ਹੋਇਆ ਕਿ ਗੁਰੂ ਜੀ ਉੱਥੇ ਉਸ ਨੂੰ ਕਿਤੇ ਨਜ਼ਰ ਨਾ ਆਏ। ਇੱਧਰ ਉੱਧਰ ਵੇਖ ਕੇ ਰਾਜਾ ਵਿਆਕੁਲ ਹੋ ਗਿਆ ਕਿ ਗੁਰੂ ਜੀ ਕਿੱਥੇ ਚਲੇ ਗਏ ਹਨ ਤੇ ਇਸ ਵਿਆਕੁਲਤਾ ਵਿੱਚ ਹੀ ਰਾਜਾ ਬੇਸੁੱਧ ਹੋ ਕੇ ਧਰਤੀ ਉੱਤੇ ਡਿੱਗ ਪਿਆ। ਨੌਕਰਾਂ ਨੇ ਦੱਬ ਕੁੱਟ ਕੇ ਜਦ ਹੋਸ਼ ਵਿੱਚ ਲਿਆਂਦਾ ਤਾਂ ਉਸ ਨੇ ਵੇਖਿਆ ਕਿ ਗੁਰੂ ਜੀ ਉਸ ਦੇ ਸਾਹਮਣੇ ਬੈਠੇ ਹੋਏ ਹਨ। ਵੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ। ਉੱਠ ਕੇ ਗੁਰੂ ਜੀ ਦੇ ਚਰਨਾਂ 'ਤੇ ਢਹਿ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਆਪ ਜੀ ਦੀ ਆਗਿਆ ਅਨੁਸਾਰ ਧਰਮਸਾਲ ਤਿਆਰ ਹੈ, ਚੱਲ ਕੇ ਚਰਨ ਪਾ ਕੇ ਪਵਿੱਤਰ। ਗੁਰੂ ਜੀ ਨੂੰ ਪਲੰਘ ਉੱਤੇ ਬਿਰਾਜਮਾਨ ਕਰਾ ਕੇ ਜਲ ਪਾਣੀ ਦੀ ਸੇਵਾ ਕਰਕੇ
ਬੇਨਤੀ ਕੀਤੀ ਕਿ ਦਾਸ ਨੂੰ ਐਸਾ ਉਪਦੇਸ਼ ਬਖਸ਼ੋ ਜਿਸ ਨਾਲ ਦਾਸ ਦੇ ਦੁੱਖ ਕਲੇਸ਼ ਦੂਰ ਹੋ ਜਾਣ। ਗੁਰੂ ਜੀ ਨੇ ਫਰਮਾਇਆ ਕਿ ਸੰਸਾਰ ਦੇ ਦੁੱਖ ਕਲੇਸ਼ ਮਨ ਨੂੰ ਵਸ ਕਰਕੇ ਨਿਰਮਲ ਕਰਨ ਨਾਲ ਦੂਰ ਹੁੰਦੇ ਹਨ ਅਤੇ ਮਨ ਨੂੰ ਵਸ ਕਰਨ ਦੇ ਦੋ ਰਸਤੇ ਹਨ। ਉਹਨਾਂ ਵਿੱਚੋਂ ਜਿਹੜਾ ਸੁਖਾਲਾ ਲੱਗੇ ਉਹ ਕਰੋ। ਇੱਕ ਹੱਠ ਯੋਗ ਹੈ, ਦੂਜਾ ਭਗਤ ਯੋਗ ਹੈ। ਹੱਠ ਯੋਗ ਦੇ 8 ਅੰਗ ਹਨ: ਯਮ, ਨੇਮ, ਇਕਾਂਤ, ਆਸਨ, ਪ੍ਰਾਣਾਯਾਮ, ਧਿਆਨ, ਧਾਰਨਾ, ਸਮਾਧ। ਅੰਗ ਪਹਿਲਾ ਯਮ, ਇਹ 10 ਪ੍ਰਕਾਰ ਦਾ ਹੈ। ਨੰਬਰ 1, ਪ੍ਰਕਾਰ ਦੀ ਅਹਿੰਸਾ। ਮਨ, ਬਚਨ ਤੇ ਸਰੀਰ ਕਰਕੇ ਕਿਸੇ ਦਾ ਬੁਰਾ ਨਾ ਚਿਤਵਨਾ। ਮਨ ਦੀ ਹਿੰਸਾ ਕਿਸੇ ਦਾ ਬੁਰਾ ਨਾ ਚਿਤਵਨਾ ਹੈ। ਬਚਨਾਂ ਦੀ ਹਿੰਸਾ ਫਿੱਕਾ ਕੌੜਾ ਬੋਲਣਾ ਹੈ। ਸਰੀਰ ਦੀ ਹਿੰਸਾ ਸਰੀਰ ਦੇ ਅੰਗਾਂ ਨਾਲ ਕਿਸੇ ਨੂੰ ਮਾਰਨਾ ਹੈ। 2 ਪ੍ਰਕਾਰ ਦੀ ਸੱਚ ਬੋਲਣਾ, ਝੂਠ ਕਿਸੇ ਤਰ੍ਹਾਂ ਵੀ ਨਾ ਬੋਲੋ। 3 ਪ੍ਰਕਾਰ ਦੀ ਚੋਰੀ ਦਾ ਤਿਆਗ। ਇਹ 2 ਪ੍ਰਕਾਰ ਦੀ ਹੈ, ਮਨ ਅਤੇ ਤਨ ਦੀ। ਊੜਾ ਕਿਸੇ ਦੀ ਚੀਜ਼ ਚੁਰਾ ਕੇ ਲੁਕਾ ਲੈਣੀ, ਇਹ ਤਨ ਦੀ ਚੋਰੀ ਹੈ। ਐੜਾ ਪਾਪ ਕਰਕੇ ਉਸ ਨੂੰ ਛੁਪਾ ਰੱਖਣਾ, ਇਹ ਮਨ ਦੀ ਚੋਰੀ ਹੈ। 4 ਪ੍ਰਕਾਰ ਦੀ ਬ੍ਰਹਮਚਰਜ ਕਾਮ ਨੂੰ ਜਿੱਤਣਾ 8 ਪ੍ਰਕਾਰ ਹੈ। ਊੜਾ ਇਸਤਰੀਆਂ ਦੀਆਂ ਗੱਲਾਂ ਕਰਨੀਆਂ। ਐੜਾ ਇਸਤਰੀ ਦੀਆਂ ਗੱਲਾਂ ਸੁਣਨੀਆਂ। ਈੜੀ ਇਸਤਰੀ ਪਾਸ ਇਕੱਲੇ ਬੈਠਣਾ। ਸੱਸਾ ਇਸਤਰੀ ਨਾਲ ਸਰੀਰ ਦੇ ਅੰਗ ਛੁਹਾਣੇ। ਹਾਹਾ ਇਸਤਰੀ ਨੂੰ ਪ੍ਰੇਮ ਨਾਲ ਦੇਖਣਾ। ਕੱਕਾ ਇਸਤਰੀ ਨੂੰ ਜੱਫੀ ਪਾਉਣੀ। ਖੱਖਾ ਇਸਤਰੀ ਨੂੰ ਮਨ ਵਿੱਚ ਚਿਤਵਨਾ। ਗੱਗਾ ਇਸਤਰੀ ਨਾਲ ਭੋਗ ਕਰਨਾ। ਜਿਹੜਾ ਇਹਨਾਂ 8 ਤੋਂ ਬਚਿਆ ਰਹੇ ਉਹ ਬ੍ਰਹਮਚਰਜ ਦਾ ਧਾਰਨੀ ਹੁੰਦਾ ਹੈ। 5 ਪ੍ਰਕਾਰ ਦਾ ਯਮ। ਧੀਰਜ ਧਾਰਨਾ ਹੈ। ਦੁੱਖ ਸੁੱਖ ਵਿੱਚ ਅਧੀਰਜ ਨਾ ਹੋਣਾ। ਕਿਸੇ ਔਕੜ ਸਮੇਂ ਵੀ ਮਨ ਨੂੰ ਡੋਲਣ ਨਾ ਦੇਣਾ। 6 ਪ੍ਰਕਾਰ ਦਾ ਯਮ। ਖਿਮਾ ਹੈ। ਮਨ ਵਿੱਚ ਕਦੀ ਵੀ ਕ੍ਰੋਧ ਨਾ ਕਰਨਾ, ਭਾਵ ਕੋਈ ਕਿਤਨਾ ਹੀ ਭਲਾ ਬੁਰਾ ਕਹੇ। 7 ਦਇਆ ਕਰਨੀ। ਜਿਸ ਕਿਸੇ ਨੂੰ ਦੁਖੀ ਵੇਖੇ ਉਸ ਦਾ ਦੁੱਖ ਵੰਡਾਵੇ। 8 ਕੋਮਲ ਹਿਰਦਾ। ਸਭ ਨਾਲ ਹਿੱਤ ਦੇ ਭਲੇ ਦੇ ਬਚਨ ਕਰਨੇ। 9 ਖਾਣ ਪੀਣ ਦੀ ਮਰਿਆਦਾ। ਮਾੜਾ ਚੰਗਾ ਵਿਚਾਰ ਕੇ ਜਿਤਨੀ ਭੁੱਖ ਹੋਵੇ ਉਸ ਤੋਂ ਕੁਝ ਥੋੜ੍ਹਾ ਖਾਵੇ। 10 ਪਵਿੱਤਰਤਾ। ਜਲ ਅਥਵਾ ਮਿੱਟੀ ਨਾਲ ਸਰੀਰ ਨੂੰ ਸਾਫ਼ ਕਰਨਾ। ਅੰਗ ਦੂਜਾ। ਨੇਮ ਇਹ ਵੀ 10 ਪ੍ਰਕਾਰ ਦਾ ਹੈ। ਪ੍ਰਕਾਰ 1 ਤਪ 3 ਪ੍ਰਕਾਰ ਦੇ ਹਨ। ਊੜਾ ਤਮੋ ਗੁਣੀ ਤਪ। ਭੁੱਖੇ ਰਹਿਣਾ, ਧੂਣੀ ਤਪਾ ਕੇ ਬੈਠਣਾ, ਜਲ ਧਾਰਾ ਕਰਨੀ, ਇਹ ਤਮੋ ਗੁਣੀ ਤਪ ਹੈ। ਐੜਾ ਰਜੋ ਗੁਣੀ ਤਪ। ਕੁਕਰ ਵੱਲੋਂ ਇੰਦਰੀਆਂ ਨੂੰ ਰੋਕ ਕੇ ਚੰਗੇ ਕਰਮਾਂ ਵਿੱਚ ਲਾਉਣਾ। ਈੜੀ ਸਤੋ ਗੁਣੀ ਤਪ। ਬ੍ਰਿਛੀ ਨੂੰ ਟਿਕਾਉਣਾ। ਪ੍ਰਕਾਰ 2 ਸੰਤੋਖ ਧਾਰਨਾ। ਇਹ 2 ਪ੍ਰਕਾਰ ਦਾ ਹੈ। ਊੜਾ ਹੱਥ ਆਵੇ ਕੁਝ ਨਾ ਤੇ ਆਪਣੇ ਆਪ ਨੂੰ ਸੰਤੋਖੀ ਆਖਣਾ, ਇਸ ਨਾਲ ਹਿਰਦੇ ਵਿੱਚ ਖੁਸ਼ੀ ਨਹੀਂ ਹੁੰਦੀ। ਕੇਵਲ ਵਡਿਆਈ ਵਾਸਤੇ ਐਸਾ ਕਹਿੰਦਾ ਹੈ। ਐੜਾ ਯਥਾ ਲਾਭ ਤਥਾ ਸੰਤੁਸ਼ਟ। ਜੋ ਮਿਲ ਜਾਏ ਉਸ ਤੋਂ ਸੰਤੋਖ ਨਾਲ ਰਹਿਣਾ ਤੇ ਪ੍ਰਸੰਨ ਰਹਿਣਾ। ਪ੍ਰਕਾਰ 3 ਰਜ਼ਾ। ਭਾਣੇ ਵਿੱਚ ਰਾਜ਼ੀ ਰਹਿਣਾ ਤੇ ਗੁਰੂ ਬਚਨਾਂ ਤੇ ਸ਼ਰਧਾ ਧਾਰ ਰੱਖਣੀ। ਪ੍ਰਕਾਰ 4 ਦਾਨ ਦੇਣਾ। ਇਹ ਤਰ੍ਹਾਂ ਦਾ ਹੈ, ਤਮੋ, ਰਜੋ ਤੇ ਸਤੋ। ਊੜਾ ਤਾਮਸੀ। ਲੜਾਈ ਝਗੜਾ ਕਰਕੇ ਬਿਨਾਂ ਸਮਾਂ ਵਿਚਾਰੇ ਦੇਣਾ, ਇਸ ਦਾ ਤੁੱਛ ਫਲ ਹੁੰਦਾ ਹੈ। ਐੜਾ ਰਾਜਸੀ। ਆਪਣੀ ਕੀਰਤੀ ਵਾਸਤੇ ਦੇਣਾ। ਈੜੀ ਸਾਤਕੀ। ਅਧਿਕਾਰੀ ਪੁਰਖ ਜਾਣ ਕੇ ਉਸ ਨੂੰ ਬੇਨਤੀ ਕਰਕੇ ਨਿਮਰਤਾ ਨਾਲ ਦੇਣਾ, ਇਸ ਦਾ ਫਲ ਬਹੁਤ ਹੁੰਦਾ ਹੈ। ਪ੍ਰਕਾਰ 5 ਪੂਜਾ ਮਨ ਕਰਕੇ ਕਰਨੀ। ਪ੍ਰਕਾਰ 6 ਅਨੁਸਾਰੀ ਗੁਰੂ ਉਪਦੇਸ਼ ਅਨੁਸਾਰ ਰਹਿਣਾ। ਪ੍ਰਕਾਰ 7 ਸਿਧਾਂਤ। ਆਪਣੇ ਗੁਰੂ ਸਿਧਾਂਤ ਤੋਂ ਉਲਟੀ ਗੱਲ ਨਾ ਸੁਣਨਾ। ਪ੍ਰਕਾਰ 8 ਬਿਰਤੀ ਸ਼ਾਂਤ ਸੁਭਾਅ, ਮਿੱਠਾ ਬੋਲਣਾ, ਨੀਵੇਂ ਬਣ ਕੇ ਰਹਿਣਾ। ਪ੍ਰਕਾਰ 9 ਪਾਠ ਕਰਨ ਸਮੇਂ ਕੋਈ ਗੱਲ ਨਾ ਕਰਨਾ। ਪ੍ਰਕਾਰ 10 ਹੋਮ। ਲੋੜ ਭੁੱਖੇ ਤਿਹਾਏ ਸਿੱਖ ਨੂੰ ਪ੍ਰਸ਼ਾਦ ਛਕਾਉਣਾ। ਇਹ ਬ੍ਰਹਮ ਪ੍ਰਸ਼ਾਦ ਛਕਣ ਲੱਗਾ ਵਾਹਿਗੁਰੂ ਉਚਾਰਨ ਕਰਕੇ ਮੂੰਹ ਗਰਾਹੀ ਪਾਉਣੀ ਹੋਮ ਹੈ। ਅੰਗ ਤੀਜਾ ਇਕਾਂਤ। ਜਿਸ ਜਗ੍ਹਾ ਕੋਈ ਗੱਲਬਾਤ ਨਾ ਸੁਣੀ ਜਾਵੇ। ਅੰਗ ਚੌਥਾ ਆਸਣ। ਜਿਤਨੇ ਸੰਸਾਰ ਵਿੱਚ ਜੀਵ ਹਨ ਉਤਨੇ ਹੀ ਆਸਣ ਜਾਣੋ। ਊੜਾ ਸਿੱਧ ਆਸਣ। ਥੋੜ੍ਹੀ ਜਿਹੀ ਮਿੱਟੀ ਪੋੜੇ ਉੱਪਰ ਘਾਹ ਰੱਖ ਕੇ ਉੱਪਰ ਕੱਪੜਾ ਵਿਛਾਉਣਾ। ਇਸ ਉੱਤੇ ਬੈਠ ਕੇ ਖੱਬੇ ਪੈਰ ਦੀ ਅੱਡੀ ਨਾਲ ਗੁਦਾ ਦਾ ਮੂੰਹ ਬੰਦ ਕਰਨਾ ਅਤੇ ਸੱਜੇ ਪੈਰ ਨਾਲ ਇੰਦਰੀ ਨੂੰ ਦਬਾਉਣਾ। ਧਿਆਨ ਨੱਕ ਦੀ ਨੋਕ ਉੱਤੇ ਰੱਖਣਾ। ਐੜਾ ਪਦਮਾਸਣ। ਉੱਪਰ ਦੱਸੇ ਅਨੁਸਾਰ ਆਸਣ ਉੱਤੇ ਚੌਂਕੜੀ ਮਾਰ ਕੇ ਸੱਜੇ ਪੈਰ ਉੱਤੇ ਖੱਬਾ ਪੈਰ ਰੱਖਣਾ ਅਤੇ ਖੱਬੇ ਪੈਰ 'ਤੇ ਸੱਜਾ ਹੱਥ ਰੱਖਣਾ। ਦੋਵੇਂ ਬਾਹਾਂ ਪਿੱਠ ਪਿੱਛੇ ਕਰਕੇ
ਦੋਹਾਂ ਪੈਰਾਂ ਦੇ ਅੰਗੂਠੇ ਫੜ ਲੈਣੇ ਅਤੇ ਧਿਆਨ ਪ੍ਰਵੱਟਿਆਂ ਦੀ ਵਿਚਲੀ ਥਾਂ ਜਾਂ ਨੱਕ ਦੀ ਨੋਕ ਤੇ ਰੱਖਣਾ। ਅੰਗ ਪੰਜਵਾਂ ਪ੍ਰਾਣਾਯਾਮ ਅਰਥਾਤ ਪੂਰਕ ਕੁੰਭਕ ਤੇ ਰੇਚਕ ਕਰਨਾ। ਸੱਜੀ ਨਾਸਿਕਾ ਰਸਤੇ 12 ਵਾਰ ਪ੍ਰਾਣ ਅੰਦਰ ਖਿੱਚਣੇ ਤੇ ਓਅੰਕਾਰ ਦਾ ਜਾਪ ਕਰਨਾ। ਇਹ ਪੂਰਕ ਕਰਮ ਹੈ। ਪ੍ਰਾਣ ਅੰਦਰ ਠਹਿਰਣੇ ਅਤੇ 24ਵੀਂ ਵਾਰ ਓਂਕਾਰ ਦਾ ਜਾਪ ਜਪਣਾ ਇਹ ਕੁੰਭਕ ਕਰਮ ਹੈ। ਉਪਰੰਤ ਖੱਬੀ ਨਾਸਿਕਾ ਰਸਤੇ ਪ੍ਰਾਣਾਂ ਨੂੰ ਹੌਲੀ ਹੌਲੀ ਬਾਹਰ ਕੱਢਣਾ, ਜਿਸ ਨਾਲ 12 ਵਾਰ ਓਂਕਾਰ ਦਾ ਜਾਪ ਜਪਣਾ, ਇਸ ਨੂੰ ਰੇਚਕ ਕਰਮ ਕਹਿੰਦੇ ਹਨ। ਇਸ ਤਰ੍ਹਾਂ ਹੀ ਸੱਜੀ ਤੇ ਖੱਬੀ ਨਾਸਿਕਾ ਰਸਤੇ ਪ੍ਰਾਣ ਚੜਾਉਣੇ ਤੇ ਉਚਾਰਨ ਦੇ ਅਭਿਆਸ ਨੂੰ ਪ੍ਰਾਣਾਯਾਮ ਕਹਿੰਦੇ ਹਨ। ਇਸ ਅਭਿਆਸ ਨਾਲ ਤਦ ਤ੍ਰਿਕੁਟੀ ਪ੍ਰਵੱਟਿਆਂ ਦੇ ਵਿਚਕਾਰਲੀ ਥਾਂ ਦਾ ਰਸਤਾ ਖੁੱਲ੍ਹ ਜਾਂਦਾ ਹੈ ਅਤੇ ਪ੍ਰਾਣ ਦਸਮ ਦੁਆਰ ਵਿੱਚ ਠਹਿਰ ਜਾਂਦੇ ਹਨ ਤਾਂ ਅਨਹਦ ਦੀ ਧੁਨੀ ਵੱਜਦੀ ਹੈ ਅਤੇ ਪਰਮ ਜੋਤ ਦਾ ਦਰਸ਼ਨ ਹੁੰਦਾ ਹੈ। ਇਸ ਦਰਸ਼ਨ ਅਵਸਥਾ ਵਿੱਚ ਬਹੁਤ ਝਿਲਮਿਲ ਪ੍ਰਕਾਸ਼ ਹੁੰਦਾ ਹੈ, ਜਿਸ ਨੂੰ ਵੇਖ ਕੇ ਸੰਪੂਰਨ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਯੋਗ ਦਾ 6ਵਾਂ ਅੰਗ ਧਿਆਨ ਧਾਰਨਾ ਹੈ। ਇਹ 2 ਪ੍ਰਕਾਰ ਦਾ ਹੁੰਦਾ ਹੈ, ਬਾਹਰਲਾ ਤੇ ਅੰਦਰਲਾ। ਕਿਸੇ ਮੂਰਤੀ ਵਿੱਚ ਧਿਆਨ ਲਾਉਣਾ ਇਹ ਬਾਹਰਮੁਖੀ ਧਿਆਨ ਹੈ, ਪਰੰਤੂ ਗੁਰੂ ਦੇ ਉਪਦੇਸ਼ ਵਿੱਚ ਆਪਣੀ ਬਿਰਤੀ ਨੂੰ ਜੋੜ ਕੇ ਧਿਆਨ ਧੁਨੀ ਦੇ ਨੱਕ ਦੀ ਨੋਕ ਵਿੱਚ ਜਾਂ ਪ੍ਰਵੱਟਿਆ ਵਿੱਚ ਅਥਵਾ 10ਵੇਂ ਦੁਆਰ ਵਿੱਚ ਟਿਕਾਉਣਾ ਇਹ ਅੰਤਰੀਵ ਧਿਆਨ ਹੈ। ਯੋਗ ਦਾ 7ਵਾਂ ਅੰਗ ਧਾਰਨਾ ਹੈ। ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ ਮੁੜ ਧਿਆਨ ਵਿੱਚ ਜੋੜਨਾ ਧਾਰਨਾ ਅਖਵਾਉਂਦਾ ਹੈ। 8ਵਾਂ ਅੰਗ ਸਮਾਧ ਧਾਰਨਾ ਅਭਿਆਸ ਨਾਲ ਜਦ ਮਨ ਟਿਕ ਅਡੋਲ ਹੋ ਜਾਵੇ, ਕੋਈ ਫੁਰਨਾ ਨਾ ਫੁਰੇ ਤਾਂ ਇਸ ਨੂੰ ਸਮਾਧੀ ਕਹਿੰਦੇ ਹਨ। ਇਹ ਸਮਾਧੀ 2 ਪ੍ਰਕਾਰ ਦੀ ਹੈ, ਨਿਰਵਿਕਲਪ ਨੰਬਰ 2 ਸਾਵਿਕਲਪ। ਧਿਆਤਾ ਧਿਆਨ ਧੇ ਨੂੰ ਵੱਖ ਕਰਕੇ ਜਾਣਨਾ ਇਹ ਸੰਕਲਪ ਸਮਾਧੀ ਹੈ, ਪਰੰਤੂ ਆਪਣੇ ਆਪ ਧਿਆਨ ਤੇ ਧੇ ਨੂੰ ਇੱਕ ਬ੍ਰਹਮ ਰੂਪ ਜਾਣਨਾ ਨਿਰਵਿਕਲਪ ਸਮਾਧੀ ਅਖਵਾਉਂਦੀ ਹੈ। ਜਿਸ ਤਰ੍ਹਾਂ 8 ਅੰਗਾਂ ਨਾਲ ਜਿਹੜਾ ਸਰੀਰ ਨੂੰ ਸਾਧ ਕੇ ਮਨ ਬਿਰਤੀ ਨੂੰ ਜਦ ਤੱਕ ਜੋਗ ਵਿੱਚ ਰੱਖਦਾ ਹੈ, ਉਹ ਤਦ ਤੱਕ ਪਰਮ ਰਸ ਆਨੰਦ ਨੂੰ ਲੈਂਦਾ ਹੈ। ਜਦ ਇਸ ਜੋਗ ਤੋਂ ਉਤਰੇ ਜਾਂ ਫਿਰ ਜੋ ਗੁਰਬਾਣੀ ਨਾਲ ਮਨ ਨੂੰ ਜੋੜ ਲਵੇ, ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਦੂਜੇ ਪ੍ਰਕਾਰ ਦਾ ਜੋਗ ਭਗਤੀ ਹੈ। ਇਸ ਦੇ ਵੀ ਗ੍ਰੰਥਾਂ 8 ਅੰਗ ਕਥਨ ਕੀਤੇ ਹਨ। ਨੰਬਰ 1 ਯਮ ਮਨ ਨੂੰ ਨੀਵਾਂ ਰੱਖਣਾ ਅਰਥਾਤ ਆਪਣੇ ਗੁਣਾਂ ਦਾ ਹੰਕਾਰ ਨਾ ਕਰਨਾ। ਨੰਬਰ 2 ਨੇਮ ਸੰਗਤਾਂ ਵਿੱਚ ਜਾ ਕੇ ਕਥਾ ਕੀਰਤਨ ਪ੍ਰੇਮ ਨਾਲ ਪੜ੍ਹਨਾ ਤਥਾ ਸੁਣਨਾ। ਨੰਬਰ 3 ਇਕਾਂਤ ਅਸਥਾਨ ਸਰਬ ਵਿੱਚ ਇੱਕ ਪਰਮਾਤਮਾ ਨੂੰ ਵਿਆਪਕ ਜਾਣਨਾ। ਨੰਬਰ 4 ਆਸਨ ਪਰਮਾਤਮਾ ਵਿੱਚ ਮਨ ਬਿਰਤੀ ਨੂੰ ਇੱਕ ਰਸ ਜੋੜਨਾ। ਨੰਬਰ 5 ਪ੍ਰਾਣਾਯਾਮ ਗੁਰੂ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਲਿਆਉਣੇ। ਇਹ ਪੂਰਕ ਹੈ। ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਟਿਕਾਈ ਰੱਖਣਾ ਕੁੰਭਕ ਹੈ। ਗੁਰੂ ਦੇ ਉਪਦੇਸ਼ ਵਿੱਚ ਜਿਹੜੀ ਗੱਲ ਦਾ ਤਿਆਗ ਦੱਸਿਆ ਹੈ ਉਸ ਨੂੰ ਤਿਆਗ ਦੇਣਾ ਇਹ ਰੇਚਕ ਹੈ। ਨੰਬਰ 6 ਧਿਆਨ ਗੁਰਬਾਣੀ ਨੂੰ ਪੜ੍ਹ ਸੁਣ ਕੇ ਉਸ ਦੇ ਅਰਥਾਂ ਵਿੱਚ ਧਿਆਨ ਰੱਖਣਾ, ਸੰਕਲਪ ਵਿਕਲਪ ਨਾ ਫੁਰਨ ਦੇਵੇ। ਨੰਬਰ 7 8 ਸਮਾਧ ਜਦ ਘੜੀ 2 ਘੜੀ ਇਸ ਤਰ੍ਹਾਂ ਮਨ ਟਿਕ ਜਾਵੇ ਤਾਂ ਸਮਾਧੀ ਕਥਨ ਕੀਤੀ ਜਾਂਦੀ ਹੈ। 8 ਪਹਿਰ ਜਦ ਮਨ ਸ਼ਬਦ ਵਿੱਚ ਟਿਕਿਆ ਰਹੇ ਤਾਂ ਇਹ ਸਮਾਧੀ ਕਰਮ ਪੂਰਾ ਹੋ ਜਾਂਦਾ ਹੈ। ਹੇ ਰਾਜਾ, ਕਲਯੁਗ ਵਿੱਚ ਇਹ ਭਗਤੀ ਯੋਗ ਹੀ ਸੌਖਾ ਸਾਧਨ ਹੈ। ਕਸ਼ਟ ਯੋਗ ਬਹੁਤ ਔਖਾ ਹੈ, ਇਸ ਨੂੰ ਜਣਾ ਖਣਾ ਨਹੀਂ ਕਰ ਸਕਦਾ। ਗੁਰੂ ਜੀ ਤੋਂ ਇਹ ਉਪਦੇਸ਼ ਸੁਣ ਕੇ ਰਾਜੇ ਸ਼ਿਵਨਾਭ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਭਗਤੀ ਯੋਗ ਧਾਰਨ ਵਾਸਤੇ ਆਪਣੀ ਇੱਛਾ ਪ੍ਰਗਟ ਕੀਤੀ।